ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ +1 ਜਮਾਤ ਦੀ ਪੁਸਤਕ ਮੜੀ ਦਾ ਦੀਵਾ ਦੇ ਕਾਂਡ ਨੰਬਰ 3 ਦੇ ਪੇਜ ਨੰਬਰ 19 ਤੋਂ ਲੈ ਕੇ 38 ਤੱਕ ਰੀਡਿੰਗ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਅਸੀਂ ਪੇਜ ਨੰਬਰ 39, 40, 41 ਤੇ 42 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੇਜ ਨੰਬਰ 19 ਤੋਂ ਲੈ ਕੇ 38 ਤੱਕ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਬੇਟਾ, ਕਾਂਡ ਨੰਬਰ 3 ਵਿੱਚ ਅਸੀਂ ਪੜ੍ਹਦੇ ਹਾਂ ਕਿ ਜਗਸੀਰ ਜਦੋਂ ਮੰਡੀ ਤੋਂ ਨਰਮਾ ਸੁੱਟ ਕੇ ਆ ਰਿਹਾ ਹੁੰਦਾ ਹੈ ਤਾਂ ਉਸ ਨੂੰ ਰਾਹ ਵਿੱਚ ਨਿੱਕਾ ਨਾਈ ਮਿਲਦਾ ਹੈ ਜੋ ਕਿਤੇ ਗੰਢ ਦੇਣ ਜਾ ਰਿਹਾ ਸੀ। ਉਹ ਜਗਸੀਰ ਨੂੰ ਆਖਦਾ ਹੈ ਕਿ ਜੇ ਉਸਨੇ ਕਿਤੇ ਗੇੜ ਫੇਰ ਬਣਾਇਆ ਹੁੰਦਾ ਤਾਂ ਉਹ ਵੀ ਹੁਣ ਆਰਾਮ ਨਾਲ ਜ਼ਿੰਦਗੀ ਬਤੀਤ ਕਰਦਾ ਅਤੇ ਉਸ ਦੇ ਪੁੱਤਰ ਉਸ ਦਾ ਸਾਰਾ ਕੰਮ ਸਾਂਭ ਲੈਂਦੇ। ਇਸ ਤਰ੍ਹਾਂ ਗੱਲਾਂ ਕਰਦਿਆਂ ਨਿੱਕਾ ਨਾਈ ਜਦੋਂ ਸੂਏ ਦੀ ਪਟੜੀ ਪੈ ਜਾਂਦਾ ਹੈ ਤਾਂ ਜਗਸੀਰ ਉਸ ਦਾ ਨਰੋਆ ਸਰੀਰ ਵੇਖ ਕੇ ਡੂੰਘੀਆਂ ਸੋਚਾਂ ਵਿੱਚ ਪੈ ਜਾਂਦਾ ਹੈ ਅਤੇ ਉਹ ਜਦੋਂ ਨਿੱਕੇ ਵੱਲੋਂ ਨਿਗਾਹ ਹਟਾ ਕੇ ਆਪਣੇ ਸਰੀਰ ਵੱਲ ਝਾਤ ਮਾਰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਕਦੇ ਜਵਾਨ ਹੀ ਨਹੀਂ ਸੀ। ਇਸ ਤੋਂ ਉਪਰੰਤ ਜਗਸੀਰ ਆਪਣੀ ਜਵਾਨੀ ਬਾਰੇ ਦੇ ਦਿਨ ਯਾਦ ਕਰਦਾ ਹੈ ਕਿ ਉਹ ਵੀ ਨਿੱਕੇ ਨਾਈ, ਗੇਬੇ ਅਤੇ ਕੀਲੇ ਨਾਲ ਕਬੱਡੀ ਤੇ ਸੌਂਚੀ ਖੇਡਿਆ ਕਰਦਾ ਸੀ। ਉਸ ਦੇ ਮਿੱਤਰ ਜਦੋਂ ਕੁੜੀਆਂ ਦੀਆਂ ਗੱਲਾਂ ਕਰਦੇ ਸਨ ਤਾਂ ਉਸ ਦਾ ਵੀ ਜੀ ਕਰਦਾ ਸੀ ਕਿ ਉਹ ਵੀ ਕੁੜੀਆਂ ਦੀਆਂ ਗੱਲਾਂ ਕਰੇ, ਪਰ ਉਹ ਸੰਗਾਊ ਸੁਭਾਅ ਦਾ ਮਾਲਕ ਹੋਣ ਕਾਰਨ ਅਜਿਹਾ ਨਹੀਂ ਕਰਦਾ ਸੀ। ਇਸ ਤਰ੍ਹਾਂ ਜਦੋਂ ਉਹ ਨਿੱਕੇ ਨਾਈ ਦੇ ਵਿਆਹ ਗਿਆ ਸੀ ਤਾਂ ਉੱਥੇ ਵੀ ਕੁੜੀਆਂ ਨੇ ਉਸ ਨੂੰ ਬਹੁਤ ਮਖੌਲ ਕੀਤੇ ਸਨ, ਪਰ ਜਗਸੀਰ ਕੁੜੀਆਂ ਨੂੰ ਅੱਗੋਂ ਕੋਈ ਜਵਾਬ ਨਾ ਦੇ ਸਕਿਆ। ਵਿਆਹ ਤੋਂ 3-4 ਦਿਨ ਬਾਅਦ ਗੇਬਾ, ਕੀਲਾ ਅਤੇ ਜਗਸੀਰ ਨਿੱਕੇ ਨਾਈ ਦੀ ਪਤਨੀ ਭਾਨੀ ਦੀ ਮੂੰਹ ਵਿਖਾਈ ਲਈ ਗਏ, ਪਰ ਜਗਸੀਰ ਨੇ ਜਦੋਂ ਨਿੱਕੇ ਦੀ ਵਹੁਟੀ ਦੇ ਚਿਹਰੇ ਦਾ ਖੱਬਾ ਪਾਸਾ ਵੇਖਿਆ ਤਾਂ ਉਸ ਦਾ ਸਾਰਾ ਸਰੀਰ ਸੁੰਨ ਹੋ ਗਿਆ। ਉਸ ਦਿਨ ਤੋਂ ਬਾਅਦ ਉਹ ਕਿਸੇ ਨਾ ਕਿਸੇ ਬਹਾਨੇ ਨਿੱਕੇ ਦੇ ਘਰ ਅੱਗੋਂ ਦੀ ਲੰਘਦਾ ਸੀ, ਪਰ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਭਾਨੀ ਦਾ ਸਾਰਾ ਰੰਗ ਰੂਪ ਕਦੇ ਨਾ ਵੇਖ ਸਕਿਆ। ਇਸ ਤੋਂ ਬਾਅਦ ਭਾਨੀ ਆਪਣੇ ਪੇਕੇ ਚਲੇ ਜਾਂਦੀ ਹੈ ਅਤੇ ਉਹ ਜਦੋਂ ਪੂਰਾ ਸਿਆਲ ਪੇਕੇ ਕੱਟ ਕੇ ਵਾਪਸ ਪਰਤਦੀ ਹੈ ਤਾਂ ਜਗਸੀਰ ਨੂੰ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਉਜਾੜ ਪਿਆ ਪਿੰਡ ਛਪਾਰ ਦਾ ਮੇਲਾ ਬਣ ਗਿਆ ਹੋਵੇ। ਤੇ ਉਹ ਇੱਕ ਦਿਨ ਜਦੋਂ ਨਿੱਕੇ ਨਾਈ ਦੇ ਘਰ ਗਿਆ ਤਾਂ ਉਸ ਕੋਲੋਂ ਭਾਨੀ ਦਾ ਸਾਰਾ ਰੰਗ ਰੂਪ ਵੇਖ ਕੇ ਝੱਲਿਆ ਨਾ ਗਿਆ ਅਤੇ ਉਸਨੇ ਨੀਵੀਂ ਪਾ ਲਈ। ਉਸ ਸਮੇਂ ਭਾਨੀ ਨੇ ਉਸ ਨੂੰ ਜਦੋਂ ਕਿਹਾ ਕਿ ਇਸ ਤਰ੍ਹਾਂ ਡਰ ਕੇ ਨਹੀਂ ਪੁੱਗਦੀਆਂ ਤਾਂ ਇਹ ਸੁਣਦਿਆਂ ਹੀ ਜਗਸੀਰ ਉਹਨਾਂ ਦੇ ਘਰੋਂ ਨਿਕਲ ਆਇਆ। ਉਸੇ ਦਿਨ ਜਦੋਂ ਉਸ ਨੇ ਖੇਤ ਤੋਂ ਮੁੜਦਿਆਂ ਨਿੱਕੇ ਨਾਈ ਦੇ ਘਰ ਵੱਲ ਝਾਤ ਮਾਰੀ ਤਾਂ ਉਸ ਨੂੰ ਕੁਝ ਠੀਕ ਨਾ ਲੱਗਾ। ਅਗਲੇ ਦਿਨ ਉਸ ਨੂੰ ਕਾਕੇ ਦੇ ਮੁੰਡੇ ਕੋਲੋਂ ਇਹ ਪ੍ਰਤੱਖ ਹੋਇਆ ਕਿ ਨਿੱਕੇ ਨਾਈ ਨੇ ਆਪਣੀ ਪਤਨੀ ਭਾਨੀ ਨੂੰ ਘੋਟਣੇ ਨਾਲ ਕੁੱਟਿਆ ਸੀ। ਉਸ ਦਿਨ ਜਗਸੀਰ ਸਾਰਾ ਦਿਨ ਕੀਲੇ ਦੇ ਪਿੜ ਜਾ ਕੇ ਟਾਂਗਰ ਦੀ ਝੁੱਗੀ ਵਿੱਚ ਪਿਆ ਰਿਹਾ ਤੇ ਸ਼ਾਮ ਨੂੰ ਸ਼ਰਾਬ ਪੀ ਕੇ ਨਿੱਕੇ ਦੇ ਘਰ ਵੱਲ ਨੂੰ ਤੁਰ ਪਿਆ। ਉੱਥੇ ਪਹੁੰਚ ਕੇ ਜਗਸੀਰ ਨੇ ਜ਼ੋਰ ਦੀ ਲਲਕਾਰਾ ਮਾਰਦੇ ਹੋਏ ਨਿੱਕੇ ਨੂੰ ਘਰ ਤੋਂ ਬਾਹਰ ਆਉਣ ਲਈ ਕਿਹਾ ਤਾਂ ਨਿੱਕਾ ਜਗਸੀਰ ਦਾ ਲਲਕਾਰਾ ਸੁਣ ਕੇ ਗੰਡਾਸੀ ਚੁੱਕ ਲਿਆਇਆ। ਕੀਲੇ ਨੇ ਜਦੋਂ ਨਿੱਕੇ ਨੂੰ ਅਜਿਹਾ ਕਰਦੇ ਵੇਖਿਆ ਤਾਂ ਉਹ ਵੀ ਲਲਕਾਰੇ ਮਾਰਨ ਲੱਗ ਪਿਆ ਅਤੇ ਉਹ ਆਪਸ ਵਿੱਚ ਲੜਨ ਲੱਗ ਪਏ, ਪਰ ਸਿਆਣੀ ਉਮਰ ਦੇ ਬੰਦਿਆਂ ਨੇ ਕੀਲੇ ਤੇ ਜਗਸੀਰ ਨੂੰ ਸਮਝਾ ਕੇ ਘਰ ਭੇਜ ਦਿੱਤਾ। ਅਗਲੇ ਦਿਨ ਜਗਸੀਰ ਨੂੰ ਗੇਬੇ ਰਾਹੀਂ ਪਤਾ ਲੱਗਾ ਕਿ ਭਾਨੀ ਨੂੰ ਉਸ ਦਾ ਪਿਓ ਤੇ ਵੱਡਾ ਭਰਾ ਆਪਣੇ ਨਾਲ ਲੈ ਗਏ ਹਨ ਅਤੇ ਉਹ ਨਿੱਕੇ ਦੇ ਪਰਿਵਾਰ ਨੂੰ ਵੀ ਕਾਫੀ ਡਰਾ ਧਮਕਾ ਕੇ ਗਏ ਹਨ। ਇਸ ਤਰ੍ਹਾਂ ਦਿਨ ਬੀਤਦੇ ਜਾਂਦੇ ਹਨ ਅਤੇ ਲੋਕ ਹਾੜੀ ਦੀ ਫਸਲ ਦੀ ਵਾਢੀ ਦਾ ਜ਼ੋਰ ਹੋਣ ਕਰਕੇ ਇਸ ਗੱਲ ਨੂੰ ਭੁੱਲ ਜਾਂਦੇ ਹਨ। ਜਗਸੀਰ ਨੇ ਵੀ ਇਸ ਸਭ ਕਾਸੇ ਉੱਤੇ ਮਿੱਟੀ ਪਾ ਦਿੱਤੀ ਸੀ। ਇੱਕ ਦਿਨ ਜਗਸੀਰ ਆਪਣਾ ਸਰੀਰ ਢਿੱਲਾ ਮੱਠਾ ਹੋਣ ਕਾਰਨ ਰੌਣਕੀ ਕੋਲ ਗਿਆ ਤੇ ਉਸ ਕੋਲੋਂ ਅਫੀਮ ਦਾ ਮਾਵਾ ਖਾ ਕੇ ਖੇਤ ਵੱਲ ਚਲਾ ਗਿਆ। ਇਸ ਤਰ੍ਹਾਂ ਉਸ ਨੂੰ ਜਦੋਂ ਵੀ ਭਾਨੀ ਦੀ ਯਾਦ ਆਉਂਦੀ
ਤਾਂ ਉਹ ਆਪਣੇ ਮਨ ਨੂੰ ਹੋਰ ਕਿਸੇ ਪਾਸੇ ਮੋੜ ਲੈਂਦਾ। ਉਧਰ ਦੂਜੇ ਪਾਸੇ ਭਾਨੀ ਦੇ ਪੇਕਿਆਂ ਨੇ ਉਸ ਨੂੰ 2.5 ਸਾਲ ਪਿੱਛੋਂ ਨਿੱਕੇ ਨਾਲ ਤੋਰਿਆ। ਓਕੇ ਬੇਟਾ, ਇੱਥੇ ਤੱਕ ਪਹਿਲੇ ਅਸੀਂ ਰੀਡਿੰਗ ਕੀਤੀ ਸੀ। ਹੁਣ ਨੈਕਸਟ ਅਸੀਂ ਪੇਜ ਨੰਬਰ ਬੇਟਾ 39 ਤੋਂ ਰੀਡਿੰਗ ਸ਼ੁਰੂ ਕਰਨੀ ਹੈ। ਪਹਿਲਾਂ ਇਸ ਦੇ ਵਰਡ ਮੀਨਿੰਗ ਨੋਟ ਕਰਾਂਗੇ। ਓਕੇ ਬੇਟਾ, ਫਸਟ ਹੈ ਠਠੰਬਰ ਜਾਂਦਾ, ਡਰ ਜਾਂਦਾ। ਕਬੀਲਦਾਰੀ ਦੇ ਮਾਮਲਿਆਂ ਵਿੱਚ ਖੁੱਬੇ, ਪਰਿਵਾਰਿਕ ਜ਼ਿੰਮੇਵਾਰੀਆਂ ਵਿੱਚ ਰੁੱਝੇ ਹੋਏ, ਪੁਰਾਣੇ ਕਿੱਸੇ ਛੇੜ ਪੈਂਦੇ, ਪੁਰਾਣੀਆਂ ਗੱਲਾਂ ਸ਼ੁਰੂ ਕਰ ਲੈਂਦੇ। ਨੈਕਸਟ ਹੈ ਮਸਾਣਾ, ਮੜੀਆਂ, ਪਾਂਦੀ, ਰਾਹੀ, ਪੁਲਾਂਘਾਂ ਭਰਦਾ ਹੋਵੇ, ਕਦਮ ਪੁੱਟਣਾ, ਗੁੱਸਾ ਗਿਲਾ, ਨਾਰਾਜ਼ਗੀ, ਰੁਖੇਵੇਂ ਨਾਲ ਜਵਾਬ ਦਿੱਤਾ, ਰੁੱਖੇ ਤਰੀਕੇ ਨਾਲ ਬੋਲਣਾ। ਨੈਕਸਟ ਬੇਟਾ ਰੀਡਿੰਗ ਕਰਨੀ ਅਸੀਂ 39 ਪੇਜ ਦੀ। ਉੱਪਰ ਵਾਲੀਆਂ ਜੋ ਲਾਈਨਾਂ ਸੀ ਇਹ 3-4 ਅਸੀਂ ਪਹਿਲੇ ਰੀਡ ਕਰ ਲਈਆਂ ਸੀ 38 ਪੇਜ ਦੇ ਪੈਰੇ ਨਾਲ। ਠੀਕ ਹੈ, ਹੁਣ ਨੈਕਸਟ ਬੇਟਾ, ਇਹ ਵੀ ਲੋੜੀਂਦਿਆਂ ਬੰਦਿਆਂ ਨੂੰ ਆਉਂਦੀ ਹੈ। ਉਹਨੇ ਹੌਲੀ ਦੇਣੇ ਆਖਿਆ ਤੇ ਫਿਰ ਬੜਾ ਚਿਰ ਬੈਠਾ, ਕਦੇ ਉਸ ਟਿੱਬੀ ਵੱਲ ਤੇ ਕਦੇ ਸੱਪ ਵਾਂਗ ਲਿਸ਼ਕਦੇ ਮੇਲ ਦੇ ਪਾਣੀ ਤੇ ਉਸ ਵਿੱਚ ਟਿਮਕਦੇ ਤਾਰਿਆਂ ਦੇ ਪਰਛਾਵਿਆਂ ਵੱਲ ਵੇਖਦਾ ਰਿਹਾ। ਹੁਣ ਇਹ ਗੱਲ ਕੌਣ ਆਖ ਰਿਹਾ ਹੈ? ਜਗਸੀਰ, ਕਿ ਇਹ ਵੀ ਲੋੜੀਂਦਿਆਂ ਬੰਦਿਆਂ ਨੂੰ ਆਉਂਦੀ ਹੈ। ਲੋੜੀਂਦਿਆਂ ਬੰਦਿਆਂ ਨੂੰ ਆਉਂਦੀ, ਉੱਥੇ ਮੌਤ ਦੀ ਗੱਲ ਕਰ ਰਿਹਾ ਹੈ। ਕਿਉਂਕਿ ਜਗਸੀਰ ਜਦੋਂ ਰਾਤ ਨੂੰ ਪਾਣੀ ਲਾਉਣ ਆਇਆ ਸੀ ਤਾਂ ਉਸ ਸਮੇਂ ਇੱਕ ਕਾਲਾ ਸੱਪ ਉਸ ਦੇ ਢਿੱਡ ਉੱਪਰੋਂ ਦੀ ਹੋ ਕੇ ਲੰਘ ਗਿਆ ਸੀ, ਪਰ ਉਸ ਨੇ ਉਸ ਨੂੰ ਡੰਗ ਨਹੀਂ ਸੀ ਮਾਰਿਆ। ਮਤਲਬ ਜਗਸੀਰ ਦੇ ਕਹਿਣ ਦਾ ਭਾਵ ਹੈ ਕਿ ਉਸ ਨੂੰ ਤਾਂ ਹੁਣ ਮੌਤ ਵੀ ਨਹੀਂ ਆ ਰਹੀ। ਨੈਕਸਟ ਬੇਟਾ, ਉਸ ਦਿਨ ਮਗਰੋਂ ਜਗਸੀਰ ਬੜਾ ਚਿਰ ਨਿੱਕੇ ਕੀ ਗਲੀ ਨਾ ਲੰਘਿਆ। ਉਧਰੋਂ ਜਿਵੇਂ ਉਹਨੂੰ ਡਰ ਆਉਣ ਲੱਗ ਪਿਆ ਸੀ, ਪਰ ਕਦੇ-ਕਦੇ ਜਦੋਂ ਉਹ ਤੋਂ ਆਪਣਾ ਆਪ ਸੰਭਾਲਿਆ ਨਾ ਜਾਂਦਾ ਤਾਂ ਫਿਰਨੀ ਉੱਤੋਂ ਦੀ ਹੋ ਕੇ, ਇੱਥੇ ਤੀ ਵਰਡ ਦਿੱਤਾ ਬੇਟਾ, ਦੀ ਆਏਗਾ, ਉੱਤੋਂ ਦੀ ਹੋ ਕੇ ਖੇਤ ਨੂੰ ਜਾਂਦਿਆਂ ਨਿੱਕੇ ਕੀ ਗਲੀ ਦੇ ਮੋੜ ਉੱਤੇ ਆ ਕੇ ਇੰਜ ਠਠੰਬਰ ਜਾਂਦਾ ਜਿਵੇਂ ਉਹਦੇ ਪੈਰਾਂ ਹੇਠ ਸੱਪ ਆ ਗਿਆ ਹੋਵੇ। ਫਿਰ ਮਹੀਨੇ ਹੀ ਲੰਘ ਗਏ, ਉਸ ਭਾਨੀ ਦੀ ਸ਼ਕਲ ਵੀ ਨਾ ਵੇਖੀ। ਕੀਲਾ ਤੇ ਗੇਬਾ ਆਪਣੀ ਕਬੀਲਦਾਰੀ ਦੇ ਮਾਮਲਿਆਂ ਵਿੱਚ ਖੂਬੇ ਘੱਟ ਵੱਧ ਹੀ ਮਿਲਦੇ ਸਨ। ਕਦੇ ਕਦਾਈ ਜਦੋਂ ਉਹ ਮਿਲਦੇ ਤਾਂ ਪੁਰਾਣੇ ਕਿੱਸੇ ਛੇੜ ਪੈਂਦੇ। ਜਗਸੀਰ ਦਾ ਚਿੱਤ ਕਾਹਲਾ ਪੈ ਜਾਂਦਾ ਤੇ ਉਹ ਵਿੱਚੋਂ ਹੀ ਟੋਕ ਕੇ ਆਖਦਾ, ਕਿਉਂ ਗੰਢੇ ਦੇ ਫੁੱਲਕ ਉਧੇੜਦੇ ਹੋ? ਹੁਣ ਇਹਨਾਂ ਗੱਲਾਂ 'ਚ ਕੀ ਪਿਆ ਹੈ? ਕਿਉਂ ਗੰਢੇ ਦੇ ਫੁੱਲਕ ਉਧੇੜਦੇ ਹੋ, ਇਸ ਦਾ ਅਰਥ ਕੀ ਹੈ ਕਿ ਪੁਰਾਣੀਆਂ ਗੱਲਾਂ ਕਿਉਂ ਛੇੜਦੇ ਹੋ? ਹੁਣ ਦੇਖੋ ਬੇਟਾ, ਜਦੋਂ ਭਾਨੀ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ ਹੈ ਤਾਂ ਜਗਸੀਰ ਕਿੰਨਾ ਸਮਾਂ ਲੰਘ ਜਾਂਦਾ ਹੈ, ਨਿੱਕੇ ਕੀ ਗਲੀ ਰਾਹੀਂ ਨਹੀਂ ਲੰਘਦਾ। ਜੇਕਰ ਉਹ ਕਿਤੇ ਨਿੱਕੇ ਕੀ ਗਲੀ ਦੇ ਮੋੜ ਉੱਤੇ ਆਉਂਦਾ ਵੀ ਸੀ ਤੇ ਉਸ ਸਮੇਂ ਉਸ ਕੋਲੋਂ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿ ਉਹ ਅੱਗੇ ਜਾ ਸਕੇ। ਠੀਕ ਹੈ, ਦੂਜੇ ਪਾਸੇ ਜੋ ਕੀਲਾ ਤੇ ਗੇਬਾ ਸਨ ਉਹ ਵੀ ਆਪਣੀ ਪਰਿਵਾਰਿਕ ਜ਼ਿੰਮੇਵਾਰੀਆਂ ਵਿੱਚ ਰੁੱਝ ਗਏ ਸਨ ਤੇ ਕਦੇ ਕਦਾਈ ਉਹ ਜਗਸੀਰ ਨੂੰ ਮਿਲਦੇ ਸਨ ਤੇ ਉਸ ਸਮੇਂ ਜਦੋਂ ਪੁਰਾਣੀਆਂ ਗੱਲਾਂ ਛੇੜਦੇ ਸਨ ਤਾਂ ਜਗਸੀਰ ਉਹਨਾਂ ਨੂੰ ਪੁਰਾਣੇ ਕਿੱਸੇ ਛੇੜਨ ਤੋਂ ਟੋਕ ਦਿੰਦਾ ਸੀ। ਨੈਕਸਟ ਬੇਟਾ, ਇਸ ਪਿੱਛੋਂ ਜ਼ਿੰਦਗੀ ਜਗਸੀਰ ਲਈ ਮੈਦੇ ਦੀ ਫਿੱਕੀ ਮੱਠੀ ਵਰਗੀ ਹੋ ਗਈ। ਨਾ ਮਿੱਠਾ, ਨਾ ਖੱਟਾ, ਨਾ ਕੌੜਾ, ਕੋਈ ਵੀ ਸਵਾਦ ਇਹਦਾ ਉਹਨੂੰ ਮਹਿਸੂਸ ਨਹੀਂ ਸੀ ਹੁੰਦਾ। ਕੋਹਲੂ ਦੇ ਬਲਦ ਵਾਂਗ ਰਾਹਾਂ ਦੀ ਧੂੜ ਵਿੱਚ ਸਮੇਂ ਦੇ ਪਲ ਕਸਮੈਲੇ ਕਰਦਾ ਤੇ ਮੁੜ-ਮੁੜ ਧਰਤੀ ਦੀ ਕਰਮਾ ਮਾਰ-ਮਾਰ ਮਿੰਤੀ ਕਰਦਾ। ਉਹ ਹਨੇਰੀਆਂ ਰਾਤਾਂ ਵਰਗੇ ਦਿਨ ਤੇ ਮਸਾਣਾ ਵਰਗੀਆਂ ਸੁੰਨੀਆਂ ਰਾਤਾਂ ਬਿਤਾਉਂਦਾ ਇੰਜ ਤੁਰਨ ਲੱਗ ਪਿਆ ਜਿਵੇਂ ਲੰਮੀ ਮੰਜ਼ਲ ਤੇ ਤੁਰਿਆ ਪਾਂਦੀ ਦਿਨ ਛਿਪਦੇ ਨੂੰ ਮੰਜ਼ਲ ਤੇ ਅੱਪੜਨ ਲਈ ਪੁਲਾਂਘਾਂ ਭਰਦਾ ਹੋਵੇ। ਉਹਦੇ ਅੰਦਰ ਬੱਜੀ ਗੰਢ ਹੁਣ ਖੁੱਲ੍ਹਣ ਜੋਗੀ ਨਹੀਂ ਸੀ ਰਹੀ। ਅੰਦਰਲੀ ਪੀੜ ਵੀ ਉਂਝ ਹੀ ਮਰ ਗਈ ਸੀ, ਜਿਵੇਂ ਬਲਦ ਦਾ ਕੰਨਾ ਮਰ ਜਾਂਦਾ ਹੈ। ਬਲਦ ਦਾ ਕੰਨਾ ਮਰ ਜਾਣਾ ਮਤਲਬ ਮੋਢਾ ਮਤਾੜਿਆ ਜਾਣਾ ਬੇਟਾ। ਠੀਕ ਹੈ, ਹੁਣ ਇੱਥੇ ਦੇਖੋ ਕੀ ਦੱਸਿਆ ਗਿਆ ਕਿ ਜਗਸੀਰ ਦੀ ਜੋ ਜ਼ਿੰਦਗੀ ਸੀ ਜਿਵੇਂ ਮੈਦੇ ਦੀ ਇੱਕ ਮੱਠੀ ਬਣਾਈ ਜਾਂਦੀ ਹੈ ਜਿਸ ਵਿੱਚ ਨਾ ਮਿੱਠਾ ਪਾਇਆ ਜਾਵੇ ਨਾ ਕੁਛ ਨਮਕ ਪਾਇਆ ਜਾਵੇ, ਫਿੱਕੀ ਹੋਵੇ, ਉਸੇ ਤਰ੍ਹਾਂ ਉਸਦੀ ਜ਼ਿੰਦਗੀ ਹੋ ਜਾਂਦੀ ਹੈ ਜਿਸ ਦਾ ਕੋਈ ਸਵਾਦ ਨਹੀਂ ਰਹਿੰਦਾ, ਕੋਈ ਆਨੰਦ ਨਹੀਂ ਰਹਿੰਦਾ। ਇੱਥੋਂ ਤੱਕ ਕਿ ਜੋ ਉਸਨੂੰ ਆਪਣੀ ਜ਼ਿੰਦਗੀ ਦੇ ਪਲ ਵੀ ਹਨ ਉਹ ਕਿਵੇਂ ਲੱਗਦੇ ਹਨ ਕਿ ਜਿਵੇਂ ਇੱਕ ਕੋਹਲੂ ਦਾ ਬਲਦ ਹੈ, ਜਦੋਂ ਤੁਰਦਾ ਹੈ, ਠੀਕ ਹੈ, ਤੇ ਉਸਦੇ ਤੁਰਨ ਦੇ ਨਾਲ ਜੋ ਧੂੜ ਉੱਡਦੀ ਹੈ, ਕਸਮੈਲਾ ਜਿਹਾ ਰੰਗ ਜਿਵੇਂ ਦਿਖਾਈ ਦਿੰਦਾ ਆਸ-ਪਾਸ, ਉਸੇ ਤਰ੍ਹਾਂ ਉਸਨੂੰ ਆਪਣੀ ਜ਼ਿੰਦਗੀ ਦੇ ਪਲ ਲੱਗਦੇ ਹਨ, ਕਸਮੈਲੇ ਜਿਹੇ। ਤੇ ਇੱਥੋਂ ਤੱਕ ਕਿ ਉਸਨੂੰ ਜੋ ਦਿਨ ਹਨ ਉਹ ਹਨੇਰੀਆਂ ਰਾਤਾਂ ਵਾਂਗ ਲੱਗਦੇ ਹਨ ਤੇ ਜੋ ਰਾਤਾਂ ਹਨ
ਉਹ ਸੁੰਨੀਆਂ ਮੜੀਆਂ ਵਰਗੀਆਂ ਲੱਗਦੀਆਂ ਨੇ। ਸੁੰਨੀ ਜਿਹੜੀ ਮੜੀਆਂ ਨੇ ਉਸ ਵਾਂਗ ਲੱਗਦੀਆਂ ਨੇ। ਅਤੇ ਕਦੇ ਕਦੇ ਉਸ ਨੂੰ ਮਤਲਬ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੱਕ ਪਾਂਧੀ ਰਾਹੀ ਜਿਸ ਨੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੋਵੇ ਅਤੇ ਦਿਨ ਛਿਪਣ ਵਾਲਾ ਹੋਣ ਕਾਰਨ ਉਹ ਛੇਤੀ ਛੇਤੀ ਪੁਲਾਂਘਾਂ ਭਰਨ ਲੱਗ ਪੈਂਦਾ ਹੈ, ਛੇਤੀ ਛੇਤੀ ਕਦਮ ਪੁੱਟਣ ਲੱਗ ਪੈਂਦਾ ਹੈ, ਅਤੇ ਉਸੇ ਤਰ੍ਹਾਂ ਹੀ ਉਸ ਨੂੰ ਆਪਣੀ ਜ਼ਿੰਦਗੀ ਵੀ ਲੱਗਦੀ ਹੈ। ਠੀਕ ਹੈ ਬੇਟਾ। ਨੈਕਸਟ ਹੈ ਭਾਨੀ ਦੇ ਮੁੰਡਾ ਹੋਇਆ, ਉਸ ਪਿੱਛੋਂ ਇੱਕ ਕੁੜੀ ਹੋਈ, ਫਿਰ ਇੱਕ ਹੋਰ ਮੁੰਡਾ ਹੋਇਆ। ਉਹ ਜਦੋਂ ਵੀ ਉਹਦੇ ਨਵੇਂ ਨਿਆਣੇ ਦਾ ਜਨਮ ਸੁਣਦਾ ਉਹਨੂੰ ਇੱਕ ਓਪਰੀ ਜਿਹੀ ਖੁਸ਼ੀ ਹੁੰਦੀ। ਉਹਦਾ ਜੀਅ ਕਰਦਾ ਕਿਵੇਂ ਨਾ ਕਿਵੇਂ ਭਾਨੀ ਤਾਈਂ ਆਪਣੀ ਇਹ ਖੁਸ਼ੀ ਪਹੁੰਚਾ ਸਕੇ, ਪਰ ਆਪੇ ਹੀ ਉਹ ਇਹਨੂੰ ਪਹਿਲਾਂ ਵਾਂਗ ਹੀ ਹੋਸ਼ੀ ਗੱਲ ਸਮਝ ਕੇ ਚੁੱਪ ਹੋ ਜਾਂਦਾ। ਹੁਣ ਜਗਸੀਰ ਨੂੰ ਨਿੱਕੇ ਨਾਲ ਕੋਈ ਗੁੱਸਾ ਗਿਲਾ ਨਹੀਂ ਸੀ। ਜਦੋਂ ਉਹ ਕਿਤੇ ਉਹਨੂੰ ਵੇਖ ਲੈਂਦਾ ਤਾਂ ਜੀਅ ਕਰਦਾ ਉਹਨੂੰ ਬੁਲਾ ਲਏ। ਇੱਕ ਦਿਨ ਜਦੋਂ ਨਿੱਕਾ ਮੰਡੀਓਂ ਕਿਸੇ ਦੇ ਵਿਆਹ ਲਈ ਹਲਵਾਈ ਦੇ ਸੰਦ ਲਈ ਆਉਂਦਾ ਸੀ ਤਾਂ ਉਹਨੇ ਬੁਲਾ ਲਿਆ। ਤਕੜੇ ਐ ਬਈ ਨਿੱਕਿਆ? ਤਕੜੇ ਐ। ਨਿੱਕੇ ਨੇ ਕੁਝ ਹੈਰਾਨੀ ਤੇ ਰਤਾ ਖੇਵੇਂ ਨਾਲ ਜਵਾਬ ਦਿੱਤਾ। ਪਰ ਪਿਛਲੇ 4-5 ਵਰ੍ਹਿਆਂ ਵਿੱਚ ਜਿਹੋ ਜਿਹੀ ਜਗਸੀਰ ਦੀ ਪਿੰਡ ਵਿੱਚ ਸੋਭਾ ਸੀ ਉਹ ਤੋਂ ਪ੍ਰਭਾਵਿਤ ਹੋਏ ਬਿਨਾਂ ਉਹ ਵੀ ਨਹੀਂ ਸੀ ਰਹਿ ਸਕਿਆ। ਕੁਝ ਗੰਭੀਰ ਹੋ ਕੇ ਉਹਨੇ ਪੁੱਛਿਆ, ਤੂੰ ਸੁਣਾ, ਹੋਰ ਸਰੀਰ ਤਾਂ ਤਕੜਾ ਰਹਿੰਦਾ ਹੈ? ਚੰਗੇ ਹੈ, ਜੋ ਦਿਨ ਲੰਘਦੇ ਤੇਰੀ ਕਿਰਪਾ ਨਾਲ। ਹੁਣ ਦੇਖੋ ਬੇਟਾ, ਜਦੋਂ ਸਮਾਂ ਬੀਤਦਾ ਜਾਂਦਾ ਹੈ, ਪਹਿਲਾਂ ਭਾਨੀ ਦੇ ਇੱਕ ਮੁੰਡਾ ਹੁੰਦਾ ਹੈ, ਫਿਰ ਇੱਕ ਕੁੜੀ, ਫਿਰ ਇੱਕ ਹੋਰ ਮੁੰਡਾ ਹੁੰਦਾ ਹੈ। ਪਰ ਜਗਸੀਰ ਜਦੋਂ ਵੀ ਭਾਨੀ ਦੇ ਨਵੇਂ ਬੱਚੇ ਦਾ ਜਨਮ ਸੁਣਦਾ ਤਾਂ ਉਸ ਨੂੰ ਬੜੀ ਖੁਸ਼ੀ ਹੁੰਦੀ ਹੈ। ਠੀਕ ਹੈ। ਫਿਰ ਇਸ ਦੇ ਨਾਲ ਹੀ ਹੁਣ ਜਗਸੀਰ ਦੇ ਮਨ ਵਿੱਚ ਨਿੱਕੇ ਪ੍ਰਤੀ ਵੀ ਕੋਈ ਨਾਰਾਜ਼ਗੀ ਨਹੀਂ ਰਹਿੰਦੀ। ਉਸ ਦਾ ਦਿਲ ਕਰਦਾ ਹੈ ਕਿ ਉਹ ਨਿੱਕੇ ਨੂੰ ਬੁਲਾਏ। ਅਤੇ ਇਸੇ ਤਰ੍ਹਾਂ ਜਦੋਂ ਇੱਕ ਦਿਨ ਨਿੱਕਾ ਮੰਡੀ ਤੋਂ ਵਾਪਸ ਆ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਜਗਸੀਰ ਉਸ ਨੂੰ ਬੁਲਾਉਂਦਾ ਹੈ ਅਤੇ ਉਹ ਆਪਸ ਵਿੱਚ ਦੋਵੇਂ ਜਾਣੇ ਗੱਲਬਾਤ ਕਰਦੇ ਹਨ। ਨੈਕਸਟ ਬੇਟਾ ਪੇਜ ਨੰਬਰ 40 ਹੈ। ਪਹਿਲੇ ਅਸੀਂ ਇਸ ਦੇ ਵਰਡ ਮੀਨਿੰਗ ਨੋਟ ਕਰਾਂਗੇ। ਚਾਣਚੱਕ, ਅਚਾਨਕ, ਪੂਰੀ ਹੋ ਗਈ, ਸਵਰਗ ਸਿਧਾਰ ਗਈ, ਸੱਥਰ 'ਤੇ ਬੈਠਣ ਗਿਆ, ਅਫਸੋਸ ਕਰਨ ਲਈ ਗਿਆ, ਦੇਹ ਅੱਗੇ ਨਾਲੋਂ ਵੀ ਅੱਧੀ ਨਹੀਂ ਸੀ ਰਹੀ, ਸਰੀਰਕ ਤੌਰ 'ਤੇ ਕਮਜ਼ੋਰ ਹੋਣਾ, ਤ੍ਰਿਪ ਰਹੇ ਹੋਣ, ਵਹਿ ਰਹੇ ਹੋਣ, ਗੱਬ ਗੱਬ ਗਾਰ, ਗੱਗੇ ਕਿੰਨਾ ਰਾਰਾ, ਅੱਖਾਂ ਮੱਲੋ ਮੱਲੀ ਵਹਿ ਤੁਰੀਆਂ, ਅੱਖਾਂ ਵਿੱਚੋਂ ਹੰਝੂ ਵਹਿ ਜਾਣੇ, ਥੰਮੀਆਂ ਨਾ ਗਈਆਂ, ਰੋਕੀਆਂ ਨਾ ਗਈਆਂ, ਕਲਾਪਾ, ਇਕੱਲਾ, ਦੰਦ ਕਥਾ ਛੇੜੀ, ਦੰਦ ਕਥਾ ਛੇੜਨਾ ਮਤਲਬ ਬਹੁਤ ਚਰਚਾ ਹੋਣੀ, ਅਣਗੌਲੇ ਕਰ ਛੱਡਿਆ, ਕੋਈ ਧਿਆਨ ਨਾ ਦੇਣਾ। ਹੁਣ ਨੈਕਸਟ ਬੇਟਾ ਅਸੀਂ ਪੇਜ ਨੰਬਰ 40 ਦੀ ਰੀਡਿੰਗ ਕਰਨੀ ਹੈ। ਹੂੰ, ਕਿਰਪਾ ਵਾਹਿਗੁਰੂ ਦੀ, ਹੁਣ ਤਾਂ ਕੋੜਿਆ ਕਿਤੇ ਦਰਸ਼ਨ ਹੀ ਨਹੀਂ ਹੁੰਦੇ, ਪਤਾ ਨਹੀਂ ਕਿੱਥੇ ਰਹਿਣਾ ਹੈ। ਰਹਿਣਾ ਕਿੱਥੇ ਹੈ, ਇੱਥੇ ਤੇਰੇ ਨਗਰ ਖੇੜੇ 'ਚ ਹੀ ਰਹੀਦਾ ਹੈ। ਅਤੇ ਫਿਰ ਉਹ ਪਿੰਡ ਤਾਈਂ ਸਾਰੇ ਰਾਹ ਗੱਲਾਂ ਕਰਦੇ ਆਏ, ਫਸਲਾਂ ਦੀਆਂ, ਵਿਆਹ ਸਾਹਿਆਂ ਦੀਆਂ, ਅਤੇ ਲੋਕਾਂ ਦੀ ਦਿਨੋਂ ਦਿਨ ਮੰਦੀ ਹੁੰਦੀ ਜਾਂਦੀ ਹਾਲਤ ਦੀਆਂ। ਪਰ ਭਾਨੀ ਬਾਰੇ ਉਹਨਾਂ ਇੱਕ ਵੀ ਗੱਲ ਨਾ ਕੀਤੀ। ਉਸ ਪਿੱਛੋਂ ਉਹ ਕਈ ਵਾਰੀ ਮਿਲੇ ਅਤੇ ਉਵੇਂ ਗੱਲਾਂ ਕੀਤੀਆਂ। ਨਿੱਕੇ ਨੇ ਵੀ ਗੱਲ ਆਈ ਗਈ ਕਰਕੇ ਦਿਲੋਂ ਕੱਢ ਦਿੱਤੀ। ਹੁਣ ਇਸ ਤਰ੍ਹਾਂ ਜਦੋਂ ਰਾਹ ਵਿੱਚ ਜਗਸੀਰ ਨੂੰ ਨਿੱਕਾ ਨਹੀਂ ਮਿਲਦਾ ਤਾਂ ਦੋਵੇਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆਉਂਦੇ ਹਨ, ਫਸਲਾਂ ਦੀਆਂ ਗੱਲਾਂ ਕਰਦੇ ਹਨ, ਵਿਆਹ ਸਾਹਿਆਂ ਦੀਆਂ ਗੱਲਾਂ ਕਰਦੇ ਹਨ, ਪਰ ਉਹ ਦੋਵੇਂ ਜਾਣੇ ਭਾਨੀ ਦਾ ਜ਼ਿਕਰ ਨਹੀਂ ਕਰਦੇ। ਠੀਕ ਹੈ ਬੇਟਾ। ਨੈਕਸਟ ਹੈ, ਫਿਰ ਚਾਣਚੱਕ ਹੀ ਨਿੱਕੇ ਦੀ ਮਾਂ ਮਰ ਗਈ, 2 ਦਿਨ ਹੀ ਬਿਮਾਰ ਰਹੀ ਅਤੇ ਪੂਰੀ ਹੋ ਗਈ। ਜਗਸੀਰ ਉਹਦੇ ਸੱਥਰ 'ਤੇ ਬੈਠਣ ਗਿਆ ਤਾਂ ਉਹਨੇ ਭਾਨੀ ਨੂੰ ਵੇਖਿਆ। ਉਹਨੇ ਕਿਤੇ ਕਿਤੇ ਉਹਨੂੰ ਪਹਿਲਾਂ ਵੀ ਵੇਖਿਆ ਸੀ, ਪਰ ਉਦੋਂ ਤਾਂ ਇੰਜ ਲੱਗਿਆ ਜਿਵੇਂ ਉਹ ਦੂਜੇ ਜਨਮ ਵਿੱਚ ਉਹਨੂੰ ਮਿਲਿਆ ਹੋਵੇ। ਭਾਨੀ ਦਾ ਰੰਗ ਰੂਪ ਅਜੇ ਉਵੇਂ ਦਗਦਾ ਲੱਗਦਾ ਸੀ, ਪਰ ਦੇਹ ਅੱਗੇ ਨਾਲੋਂ ਵੀ ਅੱਧੀ ਨਹੀਂ ਸੀ ਰਹੀ। ਇੱਕ ਵਾਰੀ ਜਗਸੀਰ ਨੇ ਉਹਨੂੰ ਗੌਰ ਨਾਲ ਵੇਖਿਆ, ਫਿਰ ਅਜਿਹੀ ਨੀਵੀਂ ਪਾਈ ਕਿ ਨਿਗਾਹ ਉੱਚੀ ਨਾ ਕਰ ਸਕਿਆ। ਉਂਝ ਜਿੰਨਾ ਚਿਰ ਉਹ ਬੈਠਾ ਰਿਹਾ, ਵੈਣ ਪਾਉਂਦੀ ਭਾਨੀ ਦੀਆਂ ਅੱਖਾਂ ਵਿੱਚੋਂ ਕਿਰਦੇ ਹੰਝੂ ਉਹਨੂੰ ਪ੍ਰਤੱਖ ਦਿਸਦੇ ਰਹੇ, ਜਿਵੇਂ ਉਹ ਉਹਦੀਆਂ ਆਪਣੀਆਂ ਅੱਖਾਂ ਵਿੱਚੋਂ ਤ੍ਰਿਪ ਰਹੇ ਹੋਣ। ਉਹਦੇ ਲੰਮੇ ਵੈਣਾਂ ਨੇ ਜਗਸੀਰ ਦੇ ਅੰਦਰਲੀ ਪੀੜ ਵਰ੍ਹਿਆਂ ਪਿੱਛੋਂ ਮੁੜ ਜਗਾ ਦਿੱਤੀ। ਇੰਜ ਜਿਵੇਂ ਛੱਪੜ ਦੇ ਥੱਲੇ ਗੱਬ ਵਿੱਚ ਗੱਡੀ ਹੋਈ ਮੁੱਢੀ ਕਿਸੇ ਪਸ਼ੂ ਦਾ ਪੈਰ ਵੱਜ ਕੇ ਪੁੱਟੀ ਗਈ ਹੋਵੇ। ਜਗਸੀਰ ਦੀਆਂ ਅੱਖਾਂ ਮੱਲੋ ਮੱਲੀ ਵਹਿ ਤੁਰੀਆਂ। ਕਿੰਨਾ ਚਿਰ ਉਹ ਕੋਸ਼ਿਸ਼ ਕਰਕੇ ਵੀ ਉਹ ਤੋਂ ਥੰਮੀਆਂ ਨਾ ਗਈਆਂ ਅਤੇ ਅਖੀਰ ਉਹ ਉੱਥੋਂ ਉੱਠ ਕੇ ਤੁਰ ਆਇਆ। ਉਹਨੂੰ ਡਰ ਲੱਗਿਆ
कि ਉਹਦੇ ਅੰਦਰ ਵੱਜੀ ਗੰਢ ਖੁੱਲ੍ਹ ਨਾ ਜਾਏ। ਤੇ ਇਸ ਗੰਢ ਵਿੱਚ ਜਿਵੇਂ ਉਹਦਾ ਸਭ ਕੁਝ ਬੱਧਾ ਹੋਇਆ ਸੀ, 30 ਵਰ੍ਹੇ ਦੀ ਉਮਰ ਦੀ ਸਾਰੀ ਖੱਟੀ ਕਮਾਈ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਅਚਾਨਕ ਹੀ ਨਿੱਕੇ ਨਾਈ ਦੀ ਮਾਂ ਮਰ ਜਾਂਦੀ ਹੈ ਤੇ ਜਗਸੀਰ ਉਸ ਦਾ ਅਫਸੋਸ ਕਰਨ ਲਈ ਨਿੱਕੇ ਨਾਈ ਦੇ ਘਰ ਜਾਂਦਾ ਹੈ। ਜਦੋਂ ਭਾਨੀ ਵੱਲ ਉਸ ਦੀ ਨਜ਼ਰ ਪੈਂਦੀ ਹੈ ਤਾਂ ਉਹ ਵੇਖਦਾ ਹੈ ਕਿ ਭਾਨੀ ਸਰੀਰਕ ਤੌਰ 'ਤੇ ਹੁਣ ਕਾਫੀ ਕਮਜ਼ੋਰ ਹੋ ਗਈ ਸੀ। ਫਿਰ ਉਹ ਜਦੋਂ ਭਾਨੀ ਨੂੰ ਵੈਣ ਪਾਉਂਦੇ ਵੇਖਦਾ ਹੈ, ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਦੇ ਵੇਖਦਾ ਹੈ ਅਤੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੀਆਂ ਆਪਣੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਹੋਣ। ਅਤੇ ਉਸ ਨੂੰ ਲੱਗਦਾ ਹੈ ਕਿ ਜਿਵੇਂ ਛੱਪੜ ਦੇ ਥੱਲੇ ਗੱਬ ਵਿੱਚ ਗੱਡੀ ਹੋਈ ਮੁੱਢੀ ਪਸ਼ੂ ਦਾ ਪੈਰ ਵੱਜ ਕੇ ਪੁੱਟੀ ਜਾਂਦੀ ਹੈ। ਜਿਵੇਂ ਮੰਨ ਲਓ ਕਿ ਛੱਪੜ ਹੈ, ਉਹਦੀ ਗਾਰ ਵਿੱਚ ਕੋਈ ਮੁੱਢੀ ਗੱਡੀ ਗਈ ਹੋਵੇ ਅਤੇ ਕੋਈ ਪਸ਼ੂ ਦਾ ਪੈਰ ਜਦੋਂ ਵੱਜੇ ਉਸ ਦੇ ਨਾਲ ਤਾਂ ਮੁੱਢੀ ਆਪਣੇ ਆਪ ਤਾਂ ਨੂੰ ਉਖੜ ਆਵੇ। ਉਸੇ ਤਰ੍ਹਾਂ ਜਗਸੀਰ ਨੂੰ ਲੱਗਦਾ ਹੈ ਕਿ ਜੋ ਭਾਨੀ ਦੁਆਰਾ ਪਾਏ ਜਾ ਰਹੇ ਵਹਿਣ ਹਨ, ਉਹਨਾਂ ਨੇ ਉਸ ਦੀਆਂ ਅੰਦਰਲੀਆਂ ਭਾਵਨਾਵਾਂ ਨੂੰ ਫਿਰ ਜਗਾ ਦੇਣਾ ਹੈ। ਠੀਕ ਹੈ, ਇਸ ਤਰ੍ਹਾਂ ਜਗਸੀਰ ਦੀਆਂ ਅੱਖਾਂ ਵਿੱਚੋਂ ਮੱਲੋ ਮੱਲੀ ਹੰਝੂ ਵਹਿਣ ਲੱਗ ਪੈਂਦੇ ਨੇ ਅਤੇ ਉਹਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ ਕਿ ਜੋ ਉਸ ਦੇ ਅੰਦਰ ਪਿਆਰ ਦੀ ਗੰਢ ਵੱਜੀ ਹੈ ਉਹ ਕਿਤੇ ਖੁੱਲ੍ਹ ਨਾ ਜਾਏ। ਇਸ ਲਈ ਉਹ ਛੇਤੀ ਛੇਤੀ ਉੱਥੋਂ ਉੱਠ ਕੇ ਆ ਜਾਂਦਾ ਹੈ। ਨੈਕਸਟ ਬੇਟਾ, ਇੱਕ ਜੱਕ ਜਹੀ ਈ ਜਿਵੇਂ ਹੋਈ ਪਈ ਸੀ। ਉਸ ਦਿਨ ਮਗਰੋਂ ਫਿਰ ਜਗਸੀਰ ਕਦੇ ਕਦਾਈ ਨਿੱਕੇ ਦੇ ਘਰ ਜਾਣ ਲੱਗ ਪਿਆ। ਕਈ ਮੁਸ਼ਟੰਡੇ ਭਾਵੇਂ ਉਹਨੂੰ ਅਜੇ ਵੀ ਭੈੜੀ ਅੱਖ ਨਾਲ ਵੇਖਦੇ ਸਨ, ਪਰ ਉਂਝ ਉਹਦਾ ਆਉਣ ਜਾਣ ਕਿਸੇ ਨੂੰ ਬਹੁਤਾ ਨਾ ਚੁਭਿਆ। ਉਹ ਨਿੱਕੇ ਦੇ ਨਾਲ ਹੀ ਉਹਨਾਂ ਦੇ ਘਰੇ ਜਾਂਦਾ ਰਹਿੰਦਾ, ਉਹਦੇ ਨਿਆਣਿਆਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰ ਆਉਂਦਾ। ਹੌਲੀ ਹੌਲੀ ਭਾਨੀ ਉਹਨੂੰ ਨਿੱਕੇ ਨਿੱਕੇ ਮਖੌਲ ਵੀ ਕਰਨ ਲੱਗ ਪਈ, ਪਰ ਉਹ ਸੁਭਾਵਿਕ ਹੀ ਉਹਨੂੰ ਅੱਗੋਂ ਕਦੇ ਕੋਈ ਮੋੜ ਨਹੀਂ ਸੀ ਦਿੰਦਾ। ਉਹਦੇ ਸਾਹਮਣੇ ਵਾਹ ਲੱਗਦੀ ਉੱਥੋਂ ਅੱਖਾਂ ਵੀ ਉੱਚੀਆਂ ਨਾ ਕੀਤੀਆਂ ਜਾਂਦੀਆਂ। ਨਿੱਕੇ ਨੂੰ ਵੀ ਉਹਦੇ ਉੱਤੇ ਹੁਣ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ ਹੁੰਦਾ। ਉਂਝ ਵੀ ਕਲਾਪਾ ਬੰਦਾ ਹੋਣ ਕਰਕੇ ਉਹਨੂੰ ਜਗਸੀਰ ਦੀ ਮਦਦ ਦੀ ਲੋੜ ਪੈਂਦੀ ਰਹਿੰਦੀ। ਜਗਸੀਰ ਉਹਦੀ ਪੈਲੀ ਵਹਾ ਦਿੰਦਾ, ਗੁਡਾਈ ਕਰਾ ਦਿੰਦਾ, ਪਾਣੀ ਲਵਾ ਦਿੰਦਾ ਅਤੇ ਨਿੱਕਾ ਜਦੋਂ ਉਂਝ ਵੀ ਹਿਸਾਬ ਲਾ ਕੇ ਵੇਖਦਾ ਤਾਂ ਇਹ ਸੌਦਾ ਉਹਨੂੰ ਮਹਿੰਗਾ ਨਾ ਲੱਗਦਾ। ਪਹਿਲਾਂ ਲੋਕਾਂ ਨੇ ਕੁਝ ਦੰਦ ਕਥਾ ਛੇੜੀ, ਕਈਆਂ ਨੇ ਜਗਸੀਰ ਨੂੰ ਵਿਅੰਗ ਨਾਲ ਚੁਭਵੀਆਂ ਗੱਲਾਂ ਵੀ ਆਖੀਆਂ, ਪਰ ਜਦੋਂ ਉਹਨੇ ਸਾਰਿਆਂ ਨੂੰ ਅਣਗੌਲੇ ਕਰ ਛੱਡਿਆ ਤਾਂ ਸਭ ਆਪੇ ਚੁੱਪ ਹੋ ਗਏ। ਹੁਣ ਬੇਟਾ ਇਸੇ ਤਰ੍ਹਾਂ ਜਦੋਂ ਸਮਾਂ ਲੰਘਦਾ ਜਾਂਦਾ ਹੈ, ਜਗਸੀਰ ਕਦੇ ਕਦਾਈ ਪਹਿਲਾਂ ਨਿੱਕੇ ਦੇ ਘਰ ਜਾਣ ਲੱਗ ਪੈਂਦਾ ਹੈ। ਕਈ ਪਿੰਡ ਦੇ ਮੁਸ਼ਟੰਡੇ ਸਨ ਜੋ ਉਸ ਨੂੰ ਬੁਰੀ ਨਜ਼ਰ ਨਾਲ ਵੇਖਦੇ ਸਨ। ਠੀਕ ਹੈ, ਅਤੇ ਉਸ ਨੂੰ ਚੁਭਵੀਆਂ ਗੱਲਾਂ ਵੀ ਕਰਦੇ ਸਨ, ਪਰ ਜੋ ਨਿੱਕਾ ਸੀ ਹੁਣ ਉਸ ਦੇ ਮਨ ਵਿੱਚ ਜਗਸੀਰ ਦੇ ਪ੍ਰਤੀ ਕੋਈ ਸ਼ੱਕ ਦੀ ਭਾਵਨਾ ਨਹੀਂ ਰਹੀ ਸੀ, ਕਿਉਂਕਿ ਨਿੱਕਾ ਹੁਣ ਇਕੱਲਾ ਬੰਦਾ ਸੀ ਅਤੇ ਉਸ ਨੂੰ ਜਗਸੀਰ ਦੀ ਮਦਦ ਦੀ ਲੋੜ ਪੈਂਦੀ ਰਹਿੰਦੀ ਸੀ। ਠੀਕ ਹੈ, ਜਗਸੀਰ ਉਸ ਦੇ ਨਾਲ ਉਸਦੀ ਪੈਲੀ ਵਹਾਉਣ ਵਿੱਚ, ਗੁਡਾਈ ਕਰਾਉਣ ਵਿੱਚ, ਪਾਣੀ ਲਵਾਉਣ ਵਿੱਚ ਸਹਾਇਤਾ ਕਰ ਦਿੰਦਾ ਸੀ। ਅਤੇ ਜਦੋਂ ਇਹ ਸਭ ਵੇਖ ਕੇ ਨਿੱਕਾ ਹਿਸਾਬ ਲਾਉਂਦਾ ਸੀ ਤਾਂ ਉਸ ਨੂੰ ਇਹ ਸੌਦਾ ਮਹਿੰਗਾ ਨਹੀਂ ਪੈਂਦਾ ਸੀ। ਠੀਕ ਹੈ ਬੇਟਾ, ਓਕੇ ਬੇਟਾ। ਹੁਣ ਨੈਕਸਟ ਅਸੀਂ ਪੇਜ ਨੰਬਰ 41 ਦੀ ਰੀਡਿੰਗ ਸ਼ੁਰੂ ਕਰਨੀ ਹੈ। ਪਹਿਲਾਂ ਇਸ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਉੱਕਾ ਝਿਜਕ ਨਾ ਆਉਂਦੀ, ਬਿਲਕੁਲ ਸੰਗ ਮਹਿਸੂਸ ਨਾ ਹੁੰਦੀ, ਭੈਭੀਤ ਹੋਇਆ, ਡਰਿਆ ਹੋਇਆ, ਪੱਤ ਲੁਹਾਈ ਸੀ, ਬੇਇੱਜ਼ਤੀ ਕਰਵਾਈ, ਸੰਨ, ਸੰਨ ਮਤਲਬ ਵੱਲ, ਕਾਲਸ ਦਾ ਟਿੱਕਾ, ਬਦਨਾਮੀ ਹੋਣੀ, ਸੁਰਤ ਪਰਤੀ, ਹੋਸ਼ ਆਉਣੀ, ਬਲਦਸ਼ਾਲੀ ਹੋ ਪਏ, ਤੇਜ਼ੀ ਨਾਲ ਦੌੜ ਪਏ, ਭੰਡਾਰੀ ਖੋਲੀ ਮਤਲਬ ਗਟੜੀ ਖੋਲੀ, ਮੂਕਾ, ਸਾਫਾ, ਸਿਰ ਮੈਦਾਨ ਭੱਜਿਆ ਆਇਆ, ਬਹੁਤ ਤੇਜ਼ੀ ਨਾਲ ਦੌੜਿਆ ਆਇਆ। ਹੁਣ 41 ਪੇਜ ਦੀ ਬੇਟਾ ਰੀਡਿੰਗ ਸ਼ੁਰੂ ਕਰਨੀ ਹੈ। 2 ਲਾਈਨਾਂ 40 ਪੇਜ 'ਤੇ ਨੇ। ਅਤੇ ਫਿਰ ਜਗਸੀਰ ਦਾ ਆਉਣ ਜਾਣ ਹੌਲੀ ਹੌਲੀ ਨਿੱਕੇ ਦੇ ਘਰ ਇੰਨਾ ਵੱਧ ਗਿਆ ਕਿ ਉਹ ਉਹਨਾਂ ਦੇ ਘਰ ਨੂੰ ਆਪਣਾ ਘਰ ਸਮਝਣ ਲੱਗ ਪਿਆ। ਹੁਣ ਉਹਨਾਂ ਦੇ ਘਰ ਜਾਂਦਿਆਂ ਉਹਨੂੰ ਉੱਕਾ ਝਿਜਕ ਨਾ ਆਉਂਦੀ। ਕਦੇ ਜਦੋਂ ਨਿੱਕਾ ਘਰ ਨਾ ਹੁੰਦਾ, ਜਗਸੀਰ ਉਦੋਂ ਵੀ ਜਾ ਵੜਦਾ। ਅਜਿਹੇ ਵੇਲੇ ਭਾਨੀ ਜਦੋਂ ਕਿਤੇ ਪੁਰਾਣੀਆਂ ਗੱਲਾਂ ਛੇੜ ਲੈਂਦੀ, ਜਗਸੀਰ ਉਹਨੂੰ ਗੱਲ ਵਧਾਉਣ ਨਾ ਦਿੰਦਾ। ਭੁੱਬਲ ਫਰੋਲ ਕੇ ਕੀ ਥਿਆਉਣਾ ਭਾਨੋ, ਮੇਰੇ 'ਚ ਹੁਣ ਇੰਨੀ ਝਾਲ ਝੱਲਣ ਜੋਗਾ ਬਲ ਹੈ ਨਹੀਂ। ਉਹ ਵੇਲੇ ਯਾਦ ਕਰਕੇ ਕੀ ਲੈਣਾ ਹੈ, ਹੁਣ ਤਾਂ ਖਿੱਚ ਕੇ ਮੌਤ ਦੇ ਦਿਨ ਨੇੜੇ ਕਰਨੇ ਐ, ਉਹ ਹੋਈ ਜਾਣਗੇ। ਪਰ ਜਗਸੀਰ ਨੂੰ ਜਾਪਦਾ ਉਹਦੀ ਗੰਢ ਖਿੰਡੂ ਖਿੰਡੂ ਕਰਨ ਲੱਗ ਪੈਂਦੀ ਤਾਂ ਉਹ ਅਣਜਾਣੇ ਡਰ ਨਾਲ ਭੈਭੀਤ ਹੋਇਆ ਛੇਤੀ ਦੇਣੇ ਉੱਥੋਂ ਤੁਰ ਆਉਂਦਾ। ਪਿੰਡ ਦੇ ਕਈ ਮੁਸ਼ਟੰਡੇ ਜਿਨ੍ਹਾਂ ਭਾਨੀ ਤੋਂ ਕਈ ਵਾਰੀ ਪੱਤ ਲੁਹਾਈ ਸੀ, ਗੱਲਾਂ ਬਣਾਉਣੋਂ ਅਜੇ ਵੀ ਨਹੀਂ ਸਨ ਹਟਦੇ। ਭਾਨੀ ਨੂੰ ਸੁਣਾ ਸੁਣਾ ਕੇ ਉਹ ਉਹਦੇ ਵਿੱਚ ਦੀ ਗੱਲਾਂ ਕੱਢਦੇ,
पर वो सारियां जगसीर नूं दस दिंदी। अपने सन राबे भानों इहो जिहा गंद जदों आपां घोलण वेले ना घोलिया, हुण कालस दा टिक्का कादी खातर खट्टना है। आखण दे जो आखदे है, ਉਹ ਤਾਂ ਥੁੱਕਿਆ ਆਪਦੇ ਮੂੰਹ ਤੇ ਹੀ ਪੈਂਦਾ ਹੈ। ਉਹ ਥੁੱਕਣ ਵਾਲੇ ਆਪੇ ਮੂੰਹ ਗੰਦੇ ਕਰਕੇ ਹਟ ਗਏ। ਚੰਦ ਘਟਦਾ ਵੱਧਦਾ ਉਵੇਂ ਲਿਸ਼ਕਦਾ ਰਿਹਾ ਤੇ ਹੁਣ ਵੀ ਉਵੇਂ ਲਿਸ਼ਕਦਾ ਸੀ। ਫਿਰ ਇਸੇ ਤਰ੍ਹਾਂ ਬੇਟਾ ਜਗਸੀਰ ਦਾ ਨਿੱਕੇ ਦੇ ਘਰ ਆਉਣਾ ਜਾਣਾ ਕਾਫੀ ਵੱਧ ਜਾਂਦਾ ਹੈ ਤੇ ਉਸ ਨੂੰ ਉਹਨਾਂ ਦੇ ਘਰ ਜਾਂਦੇ ਸਮੇਂ ਬਿਲਕੁਲ ਸੰਗ ਵੀ ਮਹਿਸੂਸ ਨਹੀਂ ਹੁੰਦੀ ਸੀ। ਪਰ ਜਦੋਂ ਕਿਤੇ ਭਾਨੀ ਪੁਰਾਣੀਆਂ ਗੱਲਾਂ ਛੇੜ ਲੈਂਦੀ ਸੀ ਤਾਂ ਜਗਸੀਰ ਉਸ ਨੂੰ ਚੁੱਪ ਕਰਾ ਦਿੰਦਾ ਸੀ, ਕਿਉਂਕਿ ਉਸਦੇ ਮਨ ਵਿੱਚ ਡਰ ਹੁੰਦਾ ਸੀ ਕਿ ਕਿਤੇ ਉਸਦੀ ਪਿਆਰ ਦੀ ਗੰਢ ਖੁੱਲ੍ਹ ਨਾ ਜਾਵੇ। ਇੱਥੋਂ ਤੱਕ ਕਿ ਜਦੋਂ ਭਾਨੀ ਉਸ ਨੂੰ ਇਹ ਦੱਸਦੀ ਸੀ ਕਿ ਪਿੰਡ ਦੇ ਕਈ ਮੁਸ਼ਟੰਡੇ ਉਸ ਨੂੰ ਵੀ ਮਜ਼ਾਕ ਕਰਦੇ ਹਨ ਤਾਂ ਜਗਸੀਰ ਉਸ ਨੂੰ ਹੌਸਲਾ ਦਿੰਦਾ ਸੀ ਕਿ ਪਰਮਾਤਮਾ ਉਹਨਾਂ ਦੇ ਵੱਲ ਹੈ। ਠੀਕ ਹੈ ਕਿ ਜੇਕਰ ਉਸਨੇ ਕੋਈ ਗਲਤ ਕਦਮ ਪਹਿਲਾਂ ਨਹੀਂ ਚੁੱਕਿਆ ਤਾਂ ਹੁਣ ਵੀ ਅਜਿਹਾ ਨਹੀਂ ਕਰਨਗੇ। ਓਕੇ ਬੇਟਾ, ਹੁਣ ਨੈਕਸਟ ਰੀਡਿੰਗ ਜੋ ਕਰਨੀ ਅਸੀਂ ਇਹ ਆ ਜਾਣਾ ਫਿਰ ਵਰਤਮਾਨ ਦਾ ਸਮਾਂ। ਜੋ ਪਹਿਲੇ ਅਸੀਂ ਰੀਡਿੰਗ ਕੀਤੀ ਹੈ ਇਹ ਆਇਆ ਸੀ ਉਹ ਜੋ ਸੋਚਾਂ ਸੋਚ ਰਿਹਾ ਸੀ ਜਗਸੀਰ। ਠੀਕ ਹੈ, ਜਗਸੀਰ ਨੂੰ ਗੱਡੇ ਦੇ ਪੱਟ ਬੈਠਿਆਂ ਇੱਕ ਝਟਕਾ ਜਿਹਾ ਵੱਜਿਆ ਤੇ ਜਦੋਂ ਉਹਦੀ ਸੁਰਤ ਪਰਤੀ ਉਹ ਪਿੰਡ ਦੇ ਨੇੜੇ ਆ ਗਿਆ ਹੋਇਆ ਸੀ। ਵਾਹ ਏ ਕਰਮਾਂ ਦਿਆ ਬਲੀਆ, ਉਸ ਇੱਕ ਹੌਕਾ ਲੈ ਕੇ ਆਖਿਆ ਤੇ ਆਪਣੀ ਇਸ ਓਪਰੀ ਜੂਨ ਦੇ ਇਹਨਾਂ ਨਕਸ਼ਾਂ ਨੂੰ ਅੱਜ ਇੰਨੇ ਪ੍ਰਤੱਖ ਵੇਖ ਕੇ ਉਹਨੂੰ ਜਿਵੇਂ ਕੋਈ ਤਸੱਲੀ ਹੋਈ। ਉਸ ਬਲਦਾਂ ਨੂੰ ਟਿਚਕਾਰੀ ਮਾਰ ਕੇ ਭਜਾ ਲਿਆ। ਤੜਕੇ ਦੇ ਘਰੋਂ ਗਏ ਬਲਦ ਛਾਲੀ ਹੋ ਪਏ। ਗੱਡਾ ਧਰਮ ਸਿੰਘ ਕੇ ਵਾੜੇ ਵਿੱਚ ਖੜਾ ਕੇ ਉਸ ਭੰਡਾਰੀ ਖੋਲੀ ਤੇ ਵਿੱਚੋਂ ਮੂਕਾ ਕੱਢ ਕੇ ਮੋਢੇ ਤੇ ਧਰ ਲਿਆ। ਬਲਦ ਉਸ ਧਰਮ ਸਿੰਘ ਦੇ ਘਰ ਬੰਨੇ ਤੇ ਫਿਰਨੀ ਪੈ ਕੇ ਨਿੱਕੇ ਦੇ ਘਰ ਵੱਲ ਹੋ ਤੁਰਿਆ। ਗਲੀ ਦੇ ਮੋੜ ਤੇ ਜਾ ਕੇ ਉਹਨੂੰ ਭਾਨੀ ਦੀ ਸਾਰਿਆਂ ਤੋਂ ਛੋਟੀ ਕੁੜੀ ਗਲੀ ਵਿੱਚ ਖੇਡਦੀ ਦਿਸੀ। ਉਹ ਥੋੜ੍ਹਾ ਜਿਹਾ ਅਗਾਂਹ ਜਾ ਕੇ ਕੁੜੀ ਨੂੰ ਵਿਖਾਲੀ ਦੇ ਕੇ ਪਿਛਾਂਹ ਮੁੜ ਪਿਆ। ਫਿਰ ਇਸ ਤੋਂ ਬਾਅਦ ਬੇਟਾ ਜਦੋਂ ਜਗਸੀਰ ਆਪਣੀਆਂ ਸੋਚਾਂ ਵਿੱਚੋਂ ਬਾਹਰ ਆਉਂਦਾ ਹੈ ਤੇ ਉਹ ਪਿੰਡ ਦੇ ਨੇੜੇ ਪਹੁੰਚ ਜਾਂਦਾ ਹੈ। ਠੀਕ ਹੈ, ਤੇ ਬਲਦਾਂ ਨੂੰ ਜਦੋਂ ਟਿਚਕਾਰੀ ਮਾਰ ਕੇ ਭਜਾ ਲੈਂਦਾ ਹੈ ਤੇ ਬਲਦ ਵੀ ਛਾਲੀ ਹੋ ਜਾਂਦੇ ਹਨ, ਮਤਲਬ ਤੇਜ਼ੀ ਨਾਲ ਭੱਜ ਪੈਂਦੇ ਹਨ। ਫਿਰ ਇਸ ਤੋਂ ਬਾਅਦ ਉਹ ਧਰਮ ਸਿੰਘ ਦੇ ਵਾੜੇ ਵਿੱਚ ਗੱਡਾ ਖੜਾ ਕਰਕੇ ਭੰਡਾਰੀ ਤੇ ਆਪਣਾ ਮੂਕਾ ਖੋਲ੍ਹ ਕੇ ਮੋਢੇ 'ਤੇ ਧਰ ਲੈਂਦਾ ਹੈ ਤੇ ਨਿੱਕੇ ਦੇ ਘਰ ਵੱਲ ਨੂੰ ਤੁਰ ਪੈਂਦਾ ਹੈ। ਉੱਥੇ ਉਸ ਨੂੰ ਗਲੀ ਦੇ ਮੋੜ 'ਤੇ ਭਾਨੀ ਦੀ ਜੋ ਛੋਟੀ ਕੁੜੀ ਹੈ ਜਗਸੀਰ ਨੂੰ ਵੇਖ ਲੈਂਦੀ ਹੈ। ਜਗਸ਼ੀ ਤਾਤਾ ਬੇ ਪੀਤੋ ਜਗਸ਼ੀ ਤਾਤਾ, ਤੇ ਉਹ ਉੱਚੀ ਉੱਚੀ ਰੌਲਾ ਪਾਉਂਦੀ ਤੇ ਆਪਣੇ ਭਰਾਵਾਂ ਨੂੰ ਬੁਲਾਉਂਦੀ ਜਗਸੀਰ ਦੇ ਮਗਰ ਭੱਜ ਤੁਰੀ। ਪਿੱਛੋਂ ਦੀ ਜਾ ਕੇ ਉਹਨੇ ਜਗਸੀਰ ਦੀਆਂ ਲੱਤਾਂ ਨੂੰ ਏਡੀ ਜ਼ੋਰ ਦੀ ਜੱਫੀ ਪਾਈ ਕਿ ਜਗਸੀਰ ਡਿੱਗਦਾ ਡਿੱਗਦਾ ਬਚਿਆ। ਨਾਲ ਦੀ ਨਾਲ ਵੱਡਾ ਮੁੰਡਾ ਪੀਤੋ ਸਿਰ ਮੈਦਾਨ ਭੱਜਿਆ ਆਇਆ ਤੇ ਉਹਦੇ ਮੋਢੇ ਤੋਂ ਝਪਟਾ ਮਾਰ ਕੇ ਮੂਕਾ ਲਾ ਕੇ ਲੈ ਗਿਆ। ਓਏ ਬੋਲੀਏ, ਸਾਰਾ ਕੁਝ ਤਾਂ ਬਾਂਦਰ ਲੈ ਗਿਆ, ਹੁਣ ਮੈਥੋਂ ਕੀ ਭਾਲਦੀ ਏ? ਜਗਸੀਰ ਨੇ ਕੁੜੀ ਤੋਂ ਲੱਤਾਂ ਛੁਡਾਉਂਦਿਆਂ ਕਿਹਾ। ਉਹਦੀ ਗੱਲ ਸੁਣ ਕੇ ਕੁੜੀ ਪਿੱਤੋ ਦੇ ਪਿੱਛੇ ਨੱਸ ਪਈ। ਪਿੱਤੋ ਆਪਣੀ ਥੜੀ ਉੱਤੇ ਜਾ ਕੇ ਮੂਕੇ ਦੀਆਂ ਗੰਢਾਂ ਖੋਲ੍ਹਣ ਲੱਗ ਪਿਆ ਸੀ। ਬਾਈ ਮੈਨੂੰ ਪੀਤੋ, ਬਾਈ ਮੈਨੂੰ, ਕੁੜੀ ਰੌਲਾ ਪਾਉਂਦੀ ਉਹਦੇ ਨੇੜੇ ਆ ਗਈ, ਪਰ ਪੀਤੇ ਨੇ ਮੂਕਾ ਲੱਤਾਂ ਵਿੱਚ ਕੁੱਟ ਲਿਆ। ਫਿਰ ਇਸ ਤੋਂ ਬਾਅਦ ਜਦੋਂ ਛੋਟੀ ਕੁੜੀ ਭੱਜੀ ਭੱਜੀ ਆਉਂਦੀ ਹੈ ਕਿ ਜਗਸ਼ੀ ਤਾਤਾ ਆਇਆ ਹੈ, ਰੌਲਾ ਪਾਉਣ ਲੱਗ ਪੈਂਦੀ ਹੈ, ਨਾਲ ਹੀ ਆਪਣੇ ਭਰਾ ਪੀਤੋ ਨੂੰ ਵੀ ਬੁਲਾਉਂਦੀ ਹੈ ਤੇ ਉਹ ਜਗਸੀਰ ਦੇ ਕੋਲੋਂ ਨੂੰ ਜੱਫੀ ਪਾ ਲੈਂਦੀ ਹੈ ਤੇ ਨਾਲ ਹੀ ਜਦੋਂ ਉਸ ਦਾ ਵੱਡਾ ਮੁੰਡਾ ਪੀਤੋ ਭੱਜਾ ਆਉਂਦਾ ਹੈ ਤੇ ਜਗਸੀਰ ਦੇ ਕੋਲੋਂ ਮੂਕਾ ਖੋ ਕੇ ਲੈ ਜਾਂਦਾ ਹੈ। ਫਿਰ ਜਗਸੀਰ ਛੋਟੀ ਕੁੜੀ ਨੂੰ ਦੱਸਦਾ ਹੈ ਕਿ ਸਾਰਾ ਕੁਝ ਤੇ ਉਹ ਪੀਤੋ ਚੁੱਕ ਕੇ ਲੈ ਗਏ ਤੇ ਉਹ ਉਸ ਦੀਆਂ ਲੱਤਾਂ ਨੂੰ ਛੱਡ ਕੇ ਛੋਟੀ ਕੁੜੀ ਪੀਤੇ ਦੇ ਪਿੱਛੇ ਭੱਜ ਜਾਂਦੀ ਹੈ। ਨੈਕਸਟ ਬੇਟਾ ਜਗਸੀਰ 42 ਪੇਜ ਨੈਕਸਟ ਬੇਟਾ ਅਸੀਂ ਰੀਡਿੰਗ ਸ਼ੁਰੂ ਕਰਨੀ ਹੈ। ਪਹਿਲਾਂ ਅਸੀਂ ਵਰਡ ਮੀਨਿੰਗ ਡਿਸਕਸ ਕਰਾਂਗੇ। ਹੱਥ ਅੱਡ ਕੇ, ਹੱਥ ਅੱਡਣਾ ਮੰਗਣਾ, ਮਿੰਨਤਾਂ ਕੀਤੀਆਂ ਤਰਲੇ ਕੀਤੇ, ਝਬੁੱਟ ਮਾਰ ਕੇ ਮਤਲਬ ਖੋ ਕੇ ਝਪਟਾ ਮਾਰ ਕੇ, ਡੁਸਕਦਿਆਂ ਰੋਂਦਿਆਂ, ਸੂਤ ਕਰਦਿਆਂ ਠੀਕ ਕਰਦਿਆਂ, ਸਿਓ ਸੇਬ, ਹੇਠੀ ਕਰਨ ਵਾਲੀ ਗੱਲ, ਬੇਇੱਜ਼ਤੀ ਕਰਨ ਵਾਲੀ ਗੱਲ। ਠੀਕ ਹੈ ਬੇਟਾ। ਨੈਕਸਟ ਹੁਣ ਪੇਜ ਨੰਬਰ 42 ਦੀ ਰੀਡਿੰਗ ਕਰਾਂਗੇ। ਜਗਸੀਰ ਹੌਲੀ ਹੌਲੀ ਉਹਨਾਂ ਵੱਲ ਤੁਰ ਪਿਆ। ਕੁੜੀ ਨੇ ਪਹਿਲਾਂ ਤਾਂ ਪੀਤੋ ਅੱਗੇ ਮੰਗਤਿਆਂ ਵਾਂਗ ਹੱਥ ਅੱਡ ਕੇ ਮਿੰਨਤਾਂ ਕੀਤੀਆਂ, ਪਰ ਫਿਰ ਝਬੁੱਟ ਮਾਰ ਕੇ ਮੂਕੇ ਨੂੰ ਪੈ ਗਈ। ਦੋਹਾਂ ਨੇ ਚੀਕ ਚਿਹਾੜਾ ਪਾ ਲਿਆ। ਦੋਹਾਂ ਨੂੰ ਇੰਜ ਉਹਦੇ ਲਿਆਂਦੇ ਰਿਓੜੀਆਂ ਪਤਾਸਿਆਂ ਪਿੱਛੇ ਝਗੜਦਿਆਂ ਵੇਖ ਕੇ ਹਮੇਸ਼ਾ ਇੱਕ ਸਵਾਦ ਜਿਹਾ ਆਉਂਦਾ ਸੀ। ਉਹਦੀਆਂ ਅੱਖਾਂ ਨਿਆਣਿਆਂ ਨੂੰ ਇੰਜ ਚੌੜ ਕਰਦੇ ਵੇਖਣ ਨਾਲ ਠੰਡੀਆਂ ਠੰਡੀਆਂ ਹੋ ਜਾਂਦੀਆਂ ਸਨ।
मतलब कि जगसीर ਜਦੋਂ ਦੋਹਾਂ ਬੱਚਿਆਂ ਨੂੰ ਇਸ ਤਰ੍ਹਾਂ ਲੜਦੇ ਹੋਏ ਵੇਖਦਾ ਹੈ ਤਾਂ ਉਸ ਸਮੇਂ ਉਸਨੂੰ ਇੱਕ ਸਵਾਦ ਜਿਹਾ ਆਉਂਦਾ ਹੈ, ਉਸਦੇ ਮਨ ਨੂੰ ਇੱਕ ਸ਼ਾਂਤੀ ਜਿਹੀ ਮਿਲਦੀ ਸੀ। ਨਾ ਲੜੋ ਏ ਨਾ ਲੜੋ, ਉਹਨਾਂ ਦੇ ਨੇੜੇ ਆਉਂਦਿਆਂ ਉਸ ਹੱਸਦਿਆਂ ਹੱਸਦਿਆਂ ਆਖਿਆ। ਨਿਆਣਿਆਂ ਦਾ ਰੌਲਾ ਸੁਣ ਕੇ ਭਾਨੀ ਵੀ ਅੰਦਰੋਂ ਨਿਕਲ ਆਈ ਸੀ। ਕੀ ਗੱਲ ਹੈ ਵੇ, ਕਿਉਂ ਲੜਦੇ ਹੋ? ਉਸ ਪੁੱਛਿਆ। ਚਾਸ਼ੇ ਨਹੀਂ ਦਿੰਦਾ ਬੇਬੇ, ਜਗਸ਼ੀ ਤਾਤੇ ਦੇ ਚਾਸ਼ੇ, ਰੋਣ ਹੱਕੀ ਹੋਈ ਕੁੜੀ ਨੇ ਡੁਸਕਦਿਆਂ ਆਖਿਆ। ਭਾਨੀ ਨੇ ਨੇੜੇ ਆਉਂਦੇ ਜਗਸੀਰ ਵੱਲ ਤੱਕਿਆ ਤੇ ਚੁੰਨੀ ਦਾ ਪੱਲਾ ਸੂਤ ਕਰਦਿਆਂ ਰਤਕ ਮੁਸਕਰਾ ਕੇ ਬੋਲੀ, ਹੋਰ ਜਗਸੀਰ ਚਾਚੇ ਨੇ ਕੀ ਸਿਓ ਲਿਆ ਕੇ ਦੇਣੇ ਐ? ਪਤਾਸੇ ਹੀ ਲਿਆਉਣੇ ਐ ਤੁਹਾਨੂੰ ਕੁੱਕੜਾਂ ਵਾਂਗ ਲੜਾਉਣ ਨੂੰ। ਜਗਸੀਰ ਮਾੜਾ ਮਾੜਾ ਹੱਸਦਾ ਨੇੜੇ ਆ ਗਿਆ, ਪਰ ਬੋਲਿਆ ਕੁਛ ਨਾ। ਭਾਨੀ ਦੇ ਅਜਿਹੇ ਨਿੱਕੇ ਨਿੱਕੇ ਮਖੌਲ ਉਹ ਸਿਰਫ ਸੁਣ ਹੀ ਸਕਦਾ ਸੀ, ਇਹਨਾਂ ਦਾ ਮੋੜ ਉਸ ਕਦੇ ਨਹੀਂ ਸੀ ਦਿੱਤਾ। ਇੰਜ ਕਰਨਾ ਜਿਵੇਂ ਉਹਨੂੰ ਉਂਝ ਹੀ ਭਾਨੀ ਦੀ ਬੇਅਦਬੀ ਲੱਗਦੀ ਸੀ। ਵਾਹ ਲੱਗਦੀ, ਉਹ ਭਾਨੀ ਨੂੰ ਤਾੜ ਕੇ ਵੇਖਦਾ ਵੀ ਨਹੀਂ ਸੀ। ਅੱਖਾਂ ਪਾੜ ਕੇ ਵੇਖਣਾ ਵੀ ਉਹਨੂੰ ਭਾਨੀ ਦੇ ਨਾਲ ਆਪਣੇ ਸਬੰਧਾਂ ਦੀ ਹੇਠੀ ਕਰਨ ਵਾਲੀ ਗੱਲ ਜਾਪਦੀ ਸੀ। ਇਸ ਤਰ੍ਹਾਂ ਬੇਟਾ ਜਦੋਂ ਦੋਵੇਂ ਬੱਚੇ ਲੜ ਰਹੇ ਸਨ ਤੇ ਉਹਨਾਂ ਦੀ ਆਵਾਜ਼ ਸੁਣ ਕੇ ਭਾਨੀ ਵੀ ਬਾਹਰ ਆ ਜਾਂਦੀ ਹੈ ਤੇ ਉਹ ਵੀ ਜਦੋਂ ਬੱਚਿਆਂ ਨੂੰ ਰੋਕਦੀ ਹੈ ਤੇ ਨਾਲ ਹੀ ਇਹ ਵੀ ਜਗਸੀਰ ਨੂੰ ਮਜ਼ਾਕ ਕਰਦੇ ਹੋਏ ਕਹਿੰਦੀ ਕਿ ਉਹਨੇ ਪਤਾਸੇ ਲਿਆ ਕੇ ਦੇਣੇ ਨੇ ਤੁਹਾਨੂੰ, ਸੇਬ ਥੋੜ੍ਹੀ ਲਿਆ ਕੇ ਦੇਣੇ ਨੇ ਕੁੱਕੜਾਂ ਵਾਂਗੂ ਲੜਾਉਣ ਵਾਸਤੇ। ਠੀਕ ਹੈ, ਜਗਸੀਰ ਬੇਸ਼ੱਕ ਉਸ 'ਤੇ ਅਜਿਹੇ ਮਜ਼ਾਕ ਸੁਣਦਾ ਸੀ, ਪਰ ਕਦੇ ਵੀ ਉਸਨੇ ਉਸਦਾ ਜਵਾਬ ਨਹੀਂ ਦਿੱਤਾ ਸੀ ਤੇ ਨਾ ਹੀ ਤਾੜ ਕੇ ਜਾਂ ਅੱਖਾਂ ਪਾੜ ਕੇ ਕਦੇ ਵੀ ਭਾਨੀ ਵੱਲ ਤੱਕਿਆ ਸੀ। ਠੀਕ ਹੈ ਬੇਟਾ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇਕਰ ਉਹ ਇਸ ਤਰ੍ਹਾਂ ਉਸਦੇ ਵੱਲ ਵੇਖੇਗਾ ਤੇ ਉਹਨਾਂ ਦੇ ਸਬੰਧਾਂ ਦੀ ਹੇਠੀ ਕਰਨ ਵਾਲੀ ਗੱਲ ਹੋਵੇਗੀ। ਨੈਕਸਟ ਬੇਟਾ, ਭਾਨੀ ਨੇ ਪੀਤੇ ਤੋਂ ਮੂਕਾ ਖੋਹ ਲਿਆ ਤੇ ਅੰਦਰ ਚਲੀ ਗਈ। ਮਗਰੋਂ ਦੋਵੇਂ ਨਿਆਣੇ ਰੌਲਾ ਪਾਉਂਦੇ ਉਹਦੇ ਪਿੱਛੇ ਨੱਸੇ। ਜਗਸੀਰ ਬਾਹਰ ਗਲੀ ਵਿੱਚ ਹੀ ਖੜੋਤਾ ਇਸ ਨਿੱਕੇ ਜਿਹੇ ਝਗੜੇ ਦਾ ਸਵਾਦ ਮਾਣਦਿਆਂ ਮੁਸਕਰਾਉਂਦਾ ਰਿਹਾ। ਓਏ ਚੋਰੋ, ਮੇਰਾ ਮੂਕਾ ਤਾਂ ਦੇ ਦਿਓ, ਬਿੰਦਕ ਪਿੱਛੋਂ ਉਹਨੇ ਹੌਲੀ ਦੇਣੇ ਆਖਿਆ। ਮੂਕਾ ਰੂੰਗੇ 'ਚ, ਭਾਨੀ ਨੇ ਜਵਾਬ ਦਿੱਤਾ। ਫਿਰ ਮੁਸਕਰਾਉਂਦੀ ਹੋਈ ਬੋਲੀ, ਆ ਜਾ ਬਿੰਦ, ਬਹਿ ਜਾ, ਪਾਣੀ ਧਾਣੀ ਪੀ ਕੇ ਜਾਂਦਾ ਰਹੀਂ। ਬਸ ਚੱਲਦੇ ਐ, ਘਰੇ ਨਿੱਕੇ ਨਿਆਣੇ ਨਿੱਕੇ ਉਡੀਕਦੇ ਹੋਣਗੇ। ਪਰ ਜਗਸੀਰ ਨੂੰ ਇਹ ਮਖੌਲ ਤੁਰੰਤ ਹੀ ਪਛਤਾਵਾ ਜਿਹਾ ਹੋਣ ਲੱਗ ਗਿਆ। ਉਹਨੇ ਵੇਖਿਆ ਕਿ ਭਾਨੀ ਦਾ ਚਿਹਰਾ ਗੰਭੀਰ ਹੋ ਗਿਆ ਸੀ ਤੇ ਉਹ ਨਿਆਣਿਆਂ ਨੂੰ ਰਿਓੜੀਆਂ ਪਤਾਸੇ ਵੰਡਦਿਆਂ ਕੁਝ ਉਦਾਸ ਜਿਹੀ ਹੋ ਗਈ ਸੀ। ਹੋਰ ਕੋਈ ਮਖੌਲ ਕਰਨ ਜੋਗਾ ਉਹਦਾ ਰੌਂ ਨਹੀਂ ਸੀ ਰਿਹਾ। ਇਸ ਕਰਕੇ ਉਹ ਵਧੇਰੇ ਚਿਰ ਉੱਥੇ ਨਾ ਖੜੋ ਸਕਿਆ ਤੇ ਉਹ ਕਾਹਲੀ ਕਾਹਲੀ ਘਰ ਨੂੰ ਤੁਰ ਆਇਆ। ਆਪਣਾ ਮੂਕਾ ਫੜਨ ਜੋਗਾ ਵਕਤ ਵੀ ਉਹ ਨਾ ਉਡੀਕ ਸਕਿਆ। ਇਸੇ ਤਰ੍ਹਾਂ ਬੇਟਾ ਜਦੋਂ ਭਾਨੀ ਦੋਵਾਂ ਬੱਚਿਆਂ ਕੋਲੋਂ ਮੂਕਾ ਖੋ ਕੇ ਅੰਦਰ ਚਲੇ ਜਾਂਦੀ ਹੈ ਤਾਂ ਉਸ ਸਮੇਂ ਜਗਸੀਰ ਮੂਕੇ ਦੀ ਮੰਗ ਕਰਦਾ ਹੈ, ਪਰ ਭਾਨੀ ਵੀ ਉਸ ਨੂੰ ਮਜ਼ਾਕ ਨਾਲ ਕਹਿ ਦਿੰਦੀ ਕਿ ਮੂਕਾ ਰੂੰਗੇ 'ਚ। ਫਿਰ ਜਦੋਂ ਉਸ ਨੂੰ ਪਾਣੀ ਪੀਣ ਬਾਰੇ ਪੁੱਛਦੀ ਹੈ ਤੇ ਜਗਸੀਰ ਸਰਸਰੀ ਉਸ ਨੂੰ ਮਜ਼ਾਕ ਕਰਦੇ ਹੋਏ ਕਹਿੰਦਾ ਹੈ ਕਿ ਬਸ ਚੱਲਦਾ ਹੈ, ਘਰ ਨਿੱਕੇ ਨਿਆਣੇ ਉਡੀਕਦੇ ਹੋਣਗੇ। ਪਰ ਜਗਸੀਰ ਇਹ ਮਜ਼ਾਕ ਤੇ ਕਰ ਦਿੰਦਾ ਹੈ, ਪਰ ਬਾਅਦ ਵਿੱਚ ਜਦੋਂ ਭਾਨੀ ਦਾ ਗੰਭੀਰ ਹੋਇਆ ਚਿਹਰਾ ਵੇਖਦਾ ਹੈ ਤੇ ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਇਸ ਲਈ ਉਹ ਛੇਤੀ ਛੇਤੀ ਉੱਥੋਂ ਕਦਮ ਪੁੱਟ ਕੇ ਆਪਣੇ ਘਰ ਨੂੰ ਵਾਪਸ ਆ ਜਾਂਦਾ ਹੈ। ਓਕੇ ਬੇਟਾ, ਹੁਣ ਇੱਥੇ ਤੱਕ ਸਾਡਾ ਕਾਂਡ ਨੰਬਰ 3 ਕੰਪਲੀਟ ਹੋ ਗਿਆ। ਸਾਰੀ ਰੀਡਿੰਗ ਸਾਡੀ ਕਾਂਡ 3 ਦੀ ਕੰਪਲੀਟ ਹੋ ਗਈ ਹੈ ਤੇ ਤੁਸੀਂ ਇਸ ਕਾਂਡ ਨੰਬਰ 3 ਨੂੰ ਚੰਗੀ ਤਰ੍ਹਾਂ ਰੀਡ ਤੇ ਰਿਵਾਈਜ਼ ਕਰਨਾ। ਓਕੇ ਬੇਟਾ, ਥੈਂਕ ਯੂ।